Hello everyone, this is Mandeep from Visa Way Study Services। ਅੱਜ ਦੀ ਵੀਡੀਓ ਹੈਗੀ ਆ ਰੀਡਿੰਗ ਫਿਲ ਇਨ ਦਾ ਬਲੈਂਕਸ, ਰੀਡਿੰਗ ਐਂਡ ਰਾਈਟਿੰਗ ਫਿਲ ਇਨ ਦਾ ਬਲੈਂਕਸ। ਬਹੁਤ ਸਟੂਡੈਂਟਸ ਲਈ ਫੋਬੀਆ ਹੀ ਹੁੰਦੀ ਹੈ ਰੀਡਿੰਗ ਐਂਡ ਰਾਈਟਿੰਗ ਫਿਲ ਇਨ ਦਾ ਬਲੈਂਕਸ। ਉਹ ਜ਼ਿਆਦਾ ਟਰਾਈ ਨਹੀਂ ਕਰਦੇ, ਜੇ ਟਰਾਈ ਕਰਦੇ ਆ ਤਾਂ ਉਹ ਗੈਸ ਲਗਾ ਕੇ ਨੈਕਸਟ ਕਰ ਦਿੰਦੇ ਆ। ਤਾਂ ਪਲੀਜ਼ ਰੀਡਿੰਗ ਐਂਡ ਰਾਈਟਿੰਗ ਬਲੈਂਕਸ ਬਹੁਤ ਕਾਮਨ ਟੌਪਿਕਸ ਤੇ ਹੁੰਦੀਆਂ, ਬਹੁਤ ਜ਼ਿਆਦਾ ਡਿਫਿਕਲਟ ਨਹੀਂ ਹੁੰਦੀਆਂ। ਇਹਨੂੰ ਪਲੀਜ਼ ਟਰਾਈ ਕਰਿਆ ਕਰੋ ਤੇ ਤੁਸੀਂ ਜਦੋਂ ਪ੍ਰੈਕਟਿਸ ਕਰੋਗੇ ਤਾਂ ਇੰਪਰੂਵਮੈਂਟ ਡੈਫੀਨਿਟਲੀ ਹੋਊਗੀ ਤੁਹਾਡੀ। ਉਹਦੇ ਸੈਕਿੰਡ ਤੁਹਾਡਾ ਕੀ ਹੈ ਕਿ ਕੋਲੋਕੇਸ਼ਨ ਲਿਸਟ ਜਿਹੜੀ ਹੈਗੀ ਆ ਤੁਸੀਂ ਡਾਊਨਲੋਡ ਕਰ ਲਓ। ਪੀਟੀ ਦੀ ਕੋਲੋਕੇਸ਼ਨ ਲਿਸਟ ਹੋਏਗੀ, ਤੁਹਾਨੂੰ ਗੂਗਲ ਤੋਂ ਮਿਲ ਜਾਏਗੀ, ਉਹਨੂੰ ਡਾਊਨਲੋਡ ਕਰ ਲਓ, ਉਹਨੂੰ ਇੱਕ ਵਾਰੀ ਉਹਦੇ ਗੋ ਥਰੂ ਹੋ ਜਾਓ, ਠੀਕ ਆ, ਥੋੜਾ ਆਈਡੀਆ ਹੋ ਜਾਊਗਾ। 50% ਕੋਲੋਕੇਸ਼ਨ ਬੇਸਡ ਹੁੰਦੀ ਆ ਸਾਰੀ ਰੀਡਿੰਗ ਜਿਹੜੀ ਹੁੰਦੀ ਆ। ਤਾਂ ਰੀਡਿੰਗ ਤੋਂ ਉਸ ਤੋਂ ਬਾਅਦ ਹੁੰਦੀ ਹੈ ਕੁਝ ਗ੍ਰਾਮਰ ਬੇਸਡ ਹੁੰਦੀ ਆ ਤੇ ਬਹੁਤ ਹੀ ਥੋੜੀ ਹੁੰਦੀ ਹੈ ਜਿਹੜੀ ਚ ਵੋਕੈਬਲਰੀ ਮੈਟਰ ਕਰਦੀ ਹੈਗੀ ਆ, ਹਨਾ। ਤਾਂ ਤੁਸੀਂ ਕੀ ਕਰਨਾ ਹੈਗਾ ਆ, ਕੋਲੋਕੇਸ਼ਨ ਬੇਸਡ ਟਰਾਈ ਕਰਕੇ ਦੇਖੋ। ਤਾਂ ਮੈਂ ਤੁਹਾਨੂੰ ਕੁਝ ਕੁ ਪੈਰਾਗ੍ਰਾਫਸ ਜਿਹੜੇ ਆਪਾਂ ਰਲ ਕੇ ਕਰਦੇ ਹੈਗੇ ਆ, ਤੁਸੀਂ ਇੱਕ ਪੈਨ ਐਂਡ ਪੇਪਰ ਲੈ ਲਓ ਤੇ ਟਰਾਈ ਕਰੋ, ਫਿਰ ਦੇਖਦੇ ਆ ਆਪਣੇ ਆਨਸਰਸ ਗਲਤ ਆ ਜਾਂ ਸਹੀ ਆ। ਤੇ ਜੇ ਤੁਹਾਡੇ ਗਲਤ ਹੋ ਰਹੇ ਆ ਤਾਂ ਤੁਸੀਂ ਰੀਜ਼ਨ ਪਲੀਜ਼ ਪੁੱਛੋ ਕਮੈਂਟ ਸੈਕਸ਼ਨ ਦੇ ਵਿੱਚ ਕਿ ਕੀ ਰੀਜ਼ਨ ਹੈਗਾ ਕਿ ਗਲਤ ਹੋ ਰਿਹਾ, ਜਾਂ ਕੀ ਰੀਜ਼ਨ ਹੈਗਾ ਕਿ ਇੰਪਰੂਵਮੈਂਟ ਨਹੀਂ ਹੋ ਰਹੀ। ਜੇ ਤੁਹਾਡੀ ਇੰਪਰੂਵਮੈਂਟ ਨਹੀਂ ਹੋ ਰਹੀ, ਤੁਸੀਂ ਇੱਕ ਚੀਜ਼ ਜ਼ਰੂਰ ਨੋਟ ਕਰੋ, ਤੁਸੀਂ ਪੁੱਛੋ ਆਪਣੇ ਆਪ ਨੂੰ ਕਿ ਤੁਸੀਂ ਡੈਫੀਨਿਟਲੀ ਟਰਾਈ ਕੀਤਾ ਸੀ। ਜੇ ਤੁਸੀਂ ਟਰਾਈ ਕੀਤਾ ਸੀ ਫਿਰ ਨਹੀਂ ਇੰਪਰੂਵਮੈਂਟ ਹੋਈ, ਫਿਰ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ, ਸਾਨੂੰ ਪੁੱਛ ਸਕਦੇ ਹੋ ਕਿ ਮੈਂ ਟਰਾਈ ਕਰ ਰਹੀ ਹਾਂ, ਮੇਰੀ ਇੰਪਰੂਵਮੈਂਟ ਨਹੀਂ ਹੋ ਰਹੀ। ਤਾਂ ਹੋ ਸਕਦਾ ਤੁਸੀਂ ਗਲਤ ਵੇ ਨਾਲ ਕਰ ਰਹੇ ਹੋ ਜਾਂ ਮੈਥਡ ਕਲੀਅਰ ਨਾ ਹੋਵੇ ਤੁਹਾਨੂੰ, ਹਨਾ। ਤਾਂ ਰੀਡਿੰਗ ਦਾ ਫਸਟ ਪੈਰਾਗ੍ਰਾਫ ਜਿਹੜਾ ਆਪਣੇ ਸਕਰੀਨ ਦੇ ਉੱਪਰ ਹੈਗਾ ਆ, ਇਹਦੇ ਵਿੱਚ ਕੀ ਹੈਗਾ ਆ ਕਿ ਤੁਸੀਂ ਪੈਰਾਗ੍ਰਾਫ ਦੇ ਤੁਹਾਡੇ ਕੋਲੇ ਟੋਟਲ ਰੀਡਿੰਗ ਦੇ ਵਿੱਚ ਇੱਕ ਪੈਰਾਗ੍ਰਾਫ ਸੋਲਵ ਕਰਨ ਵਾਸਤੇ 2.5 ਮਿੰਟ ਦਾ ਟਾਈਮ ਹੁੰਦਾ ਆ, ਸਿਰਫ 2.5 ਮਿੰਟ ਹੁੰਦੇ ਆ ਜਿਹਦੇ ਵਿੱਚ ਤੁਸੀਂ ਪੈਰਾਗ੍ਰਾਫ ਨੂੰ ਰੀਡ ਕਰਨਾ, ਆਨਸਰ ਫਾਈਂਡ ਕਰਨੇ ਆ, ਆਨਸਰ ਲਗਾ ਕੇ ਤੁਸੀਂ ਨੈਕਸਟ ਕਰਨਾ ਹੁੰਦਾ। ਤੁਸੀਂ ਬਹੁਤ ਜ਼ਿਆਦਾ ਟਾਈਮ ਵੇਸਟ ਨਹੀਂ ਕਰ ਸਕਦੇ। ਉਹਦੇ ਲਈ ਤੁਸੀਂ ਕੀ ਕਰਨਾ ਹੈਗਾ, ਆਪਣੀ ਰੀਡਿੰਗ ਸਕਿੱਲ ਨੂੰ ਇੰਪਰੂਵ ਕਰਨਾ, ਥੋੜੀ ਸਪੀਡ ਬਣਾਉਣੀ ਆ ਆਪਣੀ ਰੀਡਿੰਗ ਦੇ ਵਿੱਚ। ਤਾਂ ਹਰੇਕ ਵਰਡ ਨੂੰ ਜਾਂ ਹਰੇਕ ਵੋਕੈਬਲਰੀ ਵਰਡ ਜਾਂ ਡਿਫੀਕਲਟ ਵਰਡ ਨੂੰ ਅੰਡਰਸਟੈਂਡ ਕਰਨ ਦੀ ਜ਼ਰੂਰਤ ਨਹੀਂ ਹੁੰਦੀਗੀ। ਕੁਝ ਵਿੱਚ ਰਾਈਟਰਸ ਦੇ ਨੇਮ ਹੁੰਦੇ, ਉਹਨਾਂ ਨੂੰ ਵੀ ਰੀਡ ਕਰਨ ਦੀ, ਜੇ ਤੁਸੀਂ ਰੀਡ ਕਰ ਰਹੇ ਹੋ ਰੀਡ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਜੇ ਤੁਸੀਂ ਰਾਈਟਰ ਦੇ ਨੇਮਸ ਨੂੰ ਰੀਡ ਕਰਨਾ ਸ਼ੁਰੂ ਕਰਦੇ ਹੋ ਜਾਂ ਪੈਰਾਗ੍ਰਾਫ ਨੂੰ ਰੀਡ ਕਰਦੇ ਹੋ, ਤੁਹਾਡਾ ਟਾਈਮ ਵੇਸਟ ਹੋ ਰਿਹਾ ਹੁੰਦਾ। ਤਾਂ ਮੇਨ ਪੁਆਇੰਟਸ ਨੂੰ ਅੰਡਰਸਟੈਂਡ ਕਰਨਾ ਤੁਸੀਂ, ਹਨਾ। ਤੁਸੀਂ ਜਿਵੇਂ ਹੁਣ ਇਹ ਪੈਰਾਗ੍ਰਾਫ ਹੈ, ਇਹਦੇ ਵਿੱਚ ਆਪਣਾ ਮੇਨ ਪੁਆਇੰਟ ਕੀ ਹੈਗਾ, ਉਹਨਾਂ ਨੇ ਕਿਹਾ ਵਰਕ ਰੈਡੀ ਇੰਟਰਨੈਸ਼ਨਲ ਸਟੂਡੈਂਟਸ ਆਰ ਪ੍ਰੋਵਾਈਡਿੰਗ ਗ੍ਰੇਟਰ ਆਪਸ਼ਨਸ ਫॉर ਲੋਕਲ ਇੰਪਲੋਇਰਸ who are having difficulties dash local staff due to dash unemployment rates and ongoing labor shortage। ਤਾਂ ਹੁਣ ਲੇਬਰ ਸ਼ਾਰਟੇਜ ਵਰਡ ਉਹਨਾਂ ਨੇ ਯੂਜ਼ ਕੀਤਾ ਹੋਇਆ ਇੱਕ। ਤੇ ਜੇ ਉਹ ਲੇਬਰ ਸ਼ਾਰਟੇਜ ਵਰਡ ਯੂਜ਼ ਕਰ ਰਹੇ ਆ ਤਾਂ ਸਭ ਤੋਂ ਪਹਿਲਾਂ ਫਸਟ ਵਾਲੇ ਜਿਹੜੀ ਹੈਗੀ ਆ ਉਹਨੂੰ ਬਲੈਂਕ ਨੂੰ ਲੀਵ ਕਰ ਦਿਓ। ਤੇ ਜੇ ਉਹ ਲੇਬਰ ਸ਼ਾਰਟੇਜ ਆ ਰਹੀ ਆ ਤੇ ਸ਼ਾਰਟੇਜ ਕਦੋਂ ਆਊਗੀ, ਜਦੋਂ ਇੰਪਲੋਇਮੈਂਟ ਰੇਟ ਵੱਧਦੇ ਆ। ਤਾਂ ਇੱਥੇ ਸਾਡਾ ਕੀ ਆਊਗਾ, ਹਾਈ ਹਾਈ ਇੰਪਲੋਇਮੈਂਟ ਰੇਟਸ, ਹੈ ਨਾ। ਤਾਂ ਹੁਣ ਜਦੋਂ ਇੰਪਲੋਇਮੈਂਟ ਰੇਟ ਹਾਈ ਹੋਊਗਾ ਤਾਂ ਉਸ ਟਾਈਮ ਕੀ ਹੋਊਗਾ, ਡਿਫੀਕਲਟੀ ਕਾਹਦੇ ਚ ਆਊਗੀ, ਸਟਾਫ ਨੂੰ ਲੱਭਣ ਦੇ ਵਿੱਚ, ਹਨਾ। ਤਾਂ ਉਹਦੇ ਵਿੱਚ ਕੀ ਆਊਗਾ, ਫਾਈਂਡਿੰਗ। ਸਾਡੀਆਂ ਦੋ ਬਲੈਂਕਸ ਇਮੀਡੀਏਟਲੀ ਸੋਲਵ ਹੋ ਗਈਆਂ। ਉਸ ਤੋਂ ਬਾਅਦ ਆਪਾਂ ਕੀ ਕਰਨਾ, ਇੰਟਰਨੈਸ਼ਨਲ ਸਟੂਡੈਂਟਸ ਇਨ ਅਕਾਊਂਟਿੰਗ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਟੇਕ ਪਾਰਟ ਇਨ ਈਅਰ ਲੌਂਗ ਪ੍ਰੋਗਰਾਮ ਡੈਸ਼ ਆਫ ਕਲਾਸਰੂਮ ਵਰਕ ਐਂਡ ਪ੍ਰੈਕਟੀਕਲ ਐਕਸਪੀਰੀਅੰਸ। ਤਾਂ ਜੇ ਦੋ ਚੀਜ਼ਾਂ ਦਾ ਕੰਬੀਨੇਸ਼ਨ ਹੈਗਾ, ਕਲਾਸਰੂਮ ਵਰਕ ਐਂਡ ਪ੍ਰੈਕਟੀਕਲ ਐਕਸਪੀਰੀਅੰਸ ਦੀ ਉਹਨਾਂ ਦੀ ਐਜੂਕੇਸ਼ਨ ਹੈਗੀ ਆ, ਤਾਂ ਉਹਦੀ ਜਗ੍ਹਾ ਤੇ ਕੀ ਆਊਗਾ, ਤੁਹਾਡਾ ਕੰਸਿਸਟ ਔਰ ਕੰਸਿਸਟਿੰਗ। ਤਾਂ ਉਹਦੇ ਵਿੱਚੋਂ ਅਸੀਂ ਦੇਖਣਾ ਹੈ ਕਿ ਇਹਦੀ ਜਗ੍ਹਾ ਤੇ ਕੰਸਿਸਟ ਆਊਗਾ ਜਾਂ ਕੰਸਿਸਟਿੰਗ ਗ੍ਰਾਮੈਟਿਕਲੀ। ਤਾਂ ਉਹਨਾਂ ਨੇ ਕਿਹਾ ਇਨ ਅ ਈਅਰ ਲੌਂਗ ਪ੍ਰੋਗਰਾਮ, ਜੇ ਆਫ ਲੱਗਾ ਹੋਇਆ ਤਾਂ ਕੋਲੋਕੇਸ਼ਨ ਬੇਸਡ ਹੈਗੀ ਆ। ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇਹਨੂੰ ਤੁਸੀਂ ਥੋੜਾ ਜਿਹਾ ਰੀਡ ਕਰ ਲਓ ਕੋਲੋਕੇਸ਼ਨ ਲਿਸਟ ਨੂੰ, ਕੰਸਿਸਟਿੰਗ ਆਫ, ਠੀਕ ਹੈ। ਤਾਂ ਉਸ ਤੋਂ ਬਾਅਦ ਕੰਸਿਸਟਿੰਗ ਆਫ ਕਲਾਸਰੂਮ ਵਰਕ, ਠੀਕ ਹੈ, ਮਤਲਬ ਕੰਬੀਨੇਸ਼ਨ ਹੈਗਾ ਵਿਚ ਪ੍ਰੋਵਾਈਡਸ them with dash skills ਇੰਡਸਟਰੀ ਕੰਟੈਕਟਸ ਐਂਡ ਡੈਸ਼ ਸਕਿੱਲਸ। ਹੁਣ ਸਕਿੱਲਸ ਕੀ ਹੋਣਗੀਆਂ, ਵੈਲਿਊਏਬਲ ਸਕਿੱਲਸ, ਓਕੇ। ਤਾਂ ਵੈਲਿਊਏਬਲ ਕਿਉਂ ਆਇਆ, ਦੂਜੇ ਵਰਡਸ ਕਿਉਂ ਨਹੀਂ ਆਏ। ਤੇ ਜੇ ਤੁਹਾਨੂੰ ਕੋਈ ਹੋਰ ਵਰਡ ਲੱਗਦਾ ਹੈ ਕਿ ਇਹਦੀ ਜਗ੍ਹਾ ਤੇ ਆ ਸਕਦਾ ਸੀ, ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਪੁੱਛੋ ਕਿ ਕਿਉਂ ਨਹੀਂ ਆਇਆ ਉਹ, ਹਨਾ। ਉਸ ਤੋਂ ਬਾਅਦ ਆ ਗਿਆ ਕੰਟੈਕਟਸ ਐਂਡ ਅ ਵਰਕਿੰਗ ਡੈਸ਼ ਆਫ ਆਸਟ੍ਰੇਲੀਅਨ ਵਰਕ ਪਲੇਸ, ਵਰਕਿੰਗ ਡੈਸ਼ ਆਫ। ਹੁਣ ਇਹਦੀ ਜਗ੍ਹਾ ਤੇ ਦੋ ਵਰਡਸ ਹੈਗੇ ਜਿਹੜੇ ਆ ਸਕਦੇ, ਵਰਕਿੰਗ ਨੌਲੇਜ ਆਫ ਐਂਡ ਵਰਕਿੰਗ ਐਕਸਪੀਰੀਅੰਸ ਆਫ, ਠੀਕ ਆ। ਤਾਂ ਵਰਕਿੰਗ, ਜੇ ਹੁਣ ਉਹ ਸਟੱਡੀ ਕਰ ਰਹੇ ਆ ਤਾਂ ਵਰਕਿੰਗ ਨੌਲੇਜ ਹੀ ਹੋਏਗਾ, ਹਨਾ। ਤਾਂ ਵਰਕਿੰਗ ਨੌਲੇਜ ਆਫ ਆਸਟ੍ਰੇਲੀਅਨ ਵਰਕ ਪਲੇਸ। ਸੋ ਪਲੀਜ਼ ਆਨਸਰਸ ਚੈੱਕ ਕਰ ਲਓ, ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਡਾਊਟ ਹੈਗਾ ਤੁਸੀਂ ਪੁੱਛ ਸਕਦੇ ਹੋ। ਨੈਕਸਟ ਇੱਕ ਹੋਰ ਆਪਾਂ ਪੈਰਾਗ੍ਰਾਫ ਸੋਲਵ ਕਰਦੇ ਹਾਂ। ਤੁਸੀਂ ਪਲੀਜ਼ ਇਹ ਵੀ ਦੱਸਿਓ ਕਿ ਜਿਹੜੇ ਤੁਸੀਂ ਆਨਸਰਸ ਲਗਾਏ ਸੀ, ਪਹਿਲਾਂ ਤੁਸੀਂ ਹੋਲਡ ਕਰ ਲਿਆ ਕਰੋ, ਮੇਰੀ ਤੁਹਾਡੀ ਸਕਰੀਨ ਤੇ ਜੋ ਵੀ ਆਉਂਦਾ ਹੈ ਉਹਨੂੰ ਪਹਿਲਾਂ ਖੁਦ ਸੋਲਵ ਕਰੋ, ਉਸ ਤੋਂ ਬਾਅਦ ਜਿਹੜੀ ਮੈਂ ਸੋਲਵ ਕੀਤੀ ਹੈਗੀ ਉਹਨੂੰ ਸੁਣ ਲਓ ਤੇ ਫਿਰ ਉਸ ਤੋਂ ਬਾਅਦ ਆਨਸਰ ਚੈੱਕ ਕਰੋ, ਫਿਰ ਦੇਖੋ ਕਿ ਤੁਸੀਂ ਕਿੰਨੇ % ਕਵਰ ਕਰ ਰਹੇ ਹੋ ਉਹਨੂੰ, ਹਨਾ। ਓਕੇ, ਸੋ ਨੈਕਸਟ ਪੈਰਾਗ੍ਰਾਫ ਦੇ ਵਿੱਚ ਕੀ ਹੈਗਾ ਆ, ਉਹਨੂੰ ਰੀਡ ਕਰੋ ਤੇ ਤੁਸੀਂ ਪਲੀਜ਼ ਆਪਣਾ ਸੋਲਵ ਕਰਕੇ ਦੇਖੋ, ਫਿਰ ਉਸ ਤੋਂ ਬਾਅਦ ਮੈਂ ਸੋਲਵ ਕਰਦੀ ਹਾਂ, ਫਿਰ ਤੁਸੀਂ ਆਨਸਰਸ ਮੈਚ ਕਰਨੇ ਆ। ਲੁੱਕ ਐਟ ਦ ਰੀਸੈਂਟ ਮੋਸਟ ਰਿਸਪੈਕਟਡ ਕੰਪਨੀਜ਼ ਸਰਵੇਡ ਬਾਈ ਅ ਫਾਈਨੈਂਸ਼ੀਅਲ ਟਾਈਮਸ, ਓਕੇ, ਹੂ ਆਰ ਦ ਮੋਸਟ ਰਿਸਪੈਕਟਡ ਕੰਪਨੀਜ਼ ਐਂਡ ਬਿਜ਼ਨਸ ਲੀਡਰਸ ਐਟ ਦ ਡੈਸ਼ ਟਾਈਮ। ਹੁਣ ਟਾਈਮ ਦੇ ਨਾਲ ਕੀ ਆਊਗਾ,
ਪਾਸਟ ਟਾਈਮ ਕਰੰਟ ਟਾਈਮ, ਇਹਨਾਂ ਦੋਨਾਂ ਦੇ ਵਿੱਚੋਂ ਇੱਕ ਆ ਸਕਦਾ। ਹੁਣ ਇੱਥੇ ਆਪਾਂ ਕੀ ਲਾਵਾਂਗੇ, ਕਰੰਟ ਟਾਈਮ। ਪਾਸਟ ਟਾਈਮ ਕਿਉਂ ਨਹੀਂ ਲਾਇਆ, ਕਿਉਂਕਿ ਇਹਨਾਂ ਨੇ ਪ੍ਰੈਜ਼ੈਂਟ ਦੀ ਗੱਲ ਕੀਤੀ ਆ। ਹੂ ਆਰ, ਜਿੱਦਾਂ ਇਹਨਾਂ ਨੇ ਗੱਲ ਕੀਤੀ ਆ, ਹੂ ਆਰ ਦਾ ਮੋਸਟ ਰਿਸਪੈਕਟਡ ਕੰਪਨੀਜ਼, ਹੈ ਨਾ। ਤਾਂ ਹੁਣ ਇੱਥੇ ਕੀ ਆਊਗਾ, ਆਰ ਆ ਗਿਆ ਤਾਂ ਕਰੰਟ ਆਊਗਾ, ਕਰੰਟ ਟਾਈਮ। ਰੈਦਰ ਪ੍ਰੈਡਿਕਟੇਬਲੀ ਦੇ ਆਰ ਡੈਸ਼, ਜੋ ਵੀ ਹੈਗੇ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਆਪਣਾ ਨਾਮ ਰੀਡ ਕਰਨ ਦੇ ਟਾਈਮ ਵੇਸਟ ਨਹੀਂ ਕਰਨਾ। A B and C and D, ਠੀਕ ਹੈ। ਤਾਂ ਇਹਦੇ ਵਿੱਚ ਜੋ ਵੀ ਹੈਗਾ ਹੈ ਆਪਣਾ ਡੈਸ਼। ਹੁਣ ਇੱਥੇ ਕੀ ਆ ਸਕਦਾ, ਬੋਥ ਨਹੀਂ ਆ ਸਕਦਾ ਕਿਉਂਕਿ 4 ਜਣੇ ਦੀ ਗੱਲ ਕੀਤੀ ਹੋਈ ਹੈ ਇਹਨਾਂ ਨੇ। ਤਾਂ ਇਹਨਾਂ ਦੇ ਵਿੱਚੋਂ ਸਾਡੇ ਕੋਲੇ ਨਾਈਦਰ ਐਂਡ ਆਈਦਰ ਦੇ ਵਿੱਚੋਂ ਕੋਈ ਵੀ ਇੱਕ ਆ ਸਕਦਾ ਹੈਗਾ। ਤੇ ਇਹਨਾਂ ਦੇ ਵਿੱਚੋਂ ਕਿਹੜਾ ਆਊਗਾ, ਜੇ ਆਈਦਰ ਆਊਗਾ ਤਾਂ ਅੱਗੇ ਤੁਹਾਨੂੰ ਸੈਂਟੈਂਸ ਕੰਪਲੀਟ ਕਰਨ ਵਾਸਤੇ ਵਿੱਚ ਔਰ ਲੱਗਾ ਹੋਣਾ ਜ਼ਰੂਰੀ ਆ, ਆਈਦਰ ਦਿਸ ਔਰ ਦਿਸ, ਠੀਕ ਹੈ, ਜਦੋਂ ਅਸੀਂ ਕੰਪੇਅਰ ਕਰਦੇ ਕਿਸੇ ਨੂੰ, ਹਨਾ। ਤਾਂ ਹੁਣ ਇੱਥੇ ਕੀ ਆਏਗਾ, ਨਾਈਦਰ। ਨਾਈਦਰ ਹੈਜ਼ ਅਚੀਵਡ, ਕਿਉਂਕਿ 4 ਜਣੇ ਸੀ, ਉਹਨਾਂ ਨੇ ਕਿਹਾ ਜੈਕ ਵੈਲਚ, ਜਨਰਲ ਇਲੈਕਟ੍ਰਿਕ, ਬਿਲ ਗੇਟਸ ਐਂਡ ਮਾਈਕਰੋਸੌਫਟ। ਉਹਨਾਂ ਦੇ ਵਿੱਚੋਂ ਨਾਈਦਰ ਹੈਜ਼ ਅਚੀਵਡ देयर ਵਰਲਡ ਕਲਾਸ ਸਟੇਟਸ ਥਰੂ ਪਲੇਇੰਗ ਨਾਈਸ, ਤਾਂ ਕਿਸੇ ਨੇ ਵੀ ਅਚੀਵ ਨਹੀਂ ਕੀਤਾ। ਐਂਡ ਫਿਰ ਉਹਨਾਂ ਨੇ 1 by 1 ਦੱਸਿਆ ਕਿੱਦਾਂ। ਵੈਲ ਇਜ਼ ਸਟਿਲ ਰਿਮੈਂਬਰਡ ਫॉर द brutal downsizing he led his business dash, and for the environmental pollution incidents he led his business dash। ਅਕੋਰਡਿੰਗ ਟੂ ਮੀ ਇੱਥੇ ਥਰੂ ਆਏਗਾ, ਤੇ ਤੁਸੀਂ ਦੇਖਿਓ ਕਿ ਤੁਸੀਂ ਕੀ ਲਗਾਇਆ ਸੀ, ਜੋ ਵੀ ਤੁਸੀਂ ਲਾਇਆ ਸੀ, ਐਂਡ ਉਹ ਕਿਉਂ ਲਗਾਇਆ ਸੀ, ਉਹਦਾ ਰੀਜ਼ਨ, ਐਂਡ ਤੁਹਾਨੂੰ ਕਿਉਂ ਥਰੂ ਨਹੀਂ ਲੱਗਾ ਸੀਗਾ, ਕਿਉਂਕਿ ਥੋੜਾ ਜਿਹਾ ਡਿਫੀਕਲਟ ਹੈਗਾ ਹੈ ਇੱਥੋਂ। brutal downsizing led his business through, and for the environmental pollution incidents and precautions। one of the highest ਆ ਸਕਦਾ, one of the biggest ਆ ਸਕਦਾ, ਹਨਾ। ਤਾਂ ਇਹਦੇ ਵਿੱਚੋਂ ਆਪਾਂ ਇੱਕ ਸਿਲੈਕਟ ਕਰਨਾ ਹੈ। ਤਾਂ ਇਹਨਾਂ ਨੇ ਕੀ ਕਿਹਾ, one of the dash profile cases, cases ਦੀ ਗੱਲ ਕੀਤੀ, ਇਟ ਮੀਨਸ ਨੰਬਰਸ ਦੀ ਗੱਲ ਹੋਈ ਆ, ਤਾਂ ਹਾਈਐਸਟ ਆਏਗਾ, ਹਨਾ, ਤਾਂ ਬਿਗੇਸਟ ਨਹੀਂ ਆਏਗਾ। ਓਕੇ, ਉਸ ਤੋਂ ਬਾਅਦ ਮਾਰਕੀਟ ਡੋਮੀਨੈਂਸ ਆਫ ਰੀਸੈਂਟ ਟਾਈਮਸ, ਐਂਡ ਗੇਟਸ ਹੈਜ਼ ਬੀਨ ਏਬਲ ਟੂ ਡੈਸ਼ ਦ ਫਾਈਨੈਂਸ਼ੀਅਲ ਸਟੇਟਸ, ਐਂਡ ਗੇਟਸ ਹੈਜ਼ ਬੀਨ ਏਬਲ ਟੂ ਇੱਕ ਕੋਲੋਕੇਸ਼ਨ ਹੈਗੀ ਆ। ਅਗੇਨ ਮੈਂ ਕਹਿੰਦੀ ਹਾਂ ਕੋਲੋਕੇਸ਼ਨ ਲਿਸਟ ਨੂੰ ਪਲੀਜ਼ ਰੀਡ ਕਰ ਲਓ। ਏਬਲ ਟੂ ਅਚੀਵ, ਏਬਲ ਟੂ ਗੇਨ, ਏਬਲ ਟੂ ਕਲੈਕਟ, ਠੀਕ ਹੈ, ਇਦਾਂ ਦੇ ਵਰਡਸ ਹੁੰਦੇ ਆ, ਜਿੱਦਾਂ ਏਬਲ ਟੂ ਅਚੀਵ ਆ ਜਾਏਗਾ, ਹਨਾ। ਇੱਥੇ ਤਾਂ ਈਜ਼ੀਲੀ ਹੋ ਜਾਂਦਾ। ਕੁਛ ਕੋਲੋਕੇਸ਼ਨ ਬੇਸਡ ਹੁੰਦੀਆਂ, ਉਹ ਤਾਂ ਇਮੀਡੀਏਟਲੀ ਤੁਹਾਨੂੰ ਹਿੱਟ ਹੋ ਜਾਂਦੀਆਂ ਕਿ ਇਹ ਮੇਰਾ ਆਨਸਰ ਹੈਗਾ ਆ, ਤੁਸੀਂ ਇਮੀਡੀਏਟਲੀ ਆਨਸਰ ਲਗਾ ਸਕਦੇ ਹੁੰਦੇ ਆ, ਹਨਾ। ਤਾਂ ਤੁਸੀਂ ਪਲੀਜ਼ ਆਨਸਰ ਚੈੱਕ ਕਰੋ, ਤੇ ਜਿਹੜੇ ਤੁਸੀਂ ਆਪਣੇ ਆਨਸਰ ਲਗਾਏ ਉਹਨਾਂ ਨੂੰ ਮੈਚ ਕਰਕੇ ਦੇਖੋ ਕਿ ਤੁਹਾਡੇ ਆਨਸਰ ਸਹੀ ਆ ਕਿ ਨਹੀਂ। ਤਾਂ ਹੁਣ ਆਪਾਂ ਨੈਕਸਟ ਇੱਕ ਪੈਰਾਗ੍ਰਾਫ ਸੋਲਵ ਕਰਕੇ ਦੇਖਦੇ ਹਾਂ। ਅਗੇਨ ਤੁਸੀਂ ਆਪਣੇ ਆਨਸਰਸ ਲਗਾਓ, ਅਗੇਨ ਮੈਂ ਵੀ ਤੁਹਾਨੂੰ ਐਕਸਪਲੇਨ ਕਰਦੀ ਹਾਂ, ਤੇ ਤੁਸੀਂ ਆਪਣੇ ਆਨਸਰਸ ਐਂਡ ਤੇ ਮੈਚ ਕਰ ਲੈਣੇ ਆ, ਹਨਾ। ਐਵਰੀਬਡੀ ਨੀਡਸ ਫਰੈਸ਼ ਵਾਟਰ, ਸਿੰਪਲ, ਡੈਸ਼ ਵਾਟਰ ਪੀਪਲ ਐਨੀਮਲ ਐਂਡ ਪਲਾਂਟਸ ਕੈਨ ਨਾਟ ਲਿਵ, ਡੈਸ਼ ਵਾਟਰ ਪੀਪਲ ਐਨੀਮਲਸ ਐਂਡ ਪਲਾਂਟ ਕੈਨ ਨਾਟ ਲਿਵ। ਤਾਂ ਹੁਣ ਵਿਦਆਊਟ ਵਾਟਰ ਸਿੰਪਲ ਹੈਗਾ ਆ, ਗ੍ਰਾਮੈਟੀਕਲੀ ਤੁਹਾਨੂੰ ਈਜ਼ਲੀ, ਕਿਉਂਕਿ ਇਹ ਵਰਡ, ਇਹ ਸੈਂਟੈਂਸ ਤੁਸੀਂ ਕਾਫੀ ਵਾਰੀ ਯੂਜ਼ ਕੀਤਾ ਹੋਊਗਾ, ਵਿਦਆਊਟ ਵਾਟਰ ਡੈਸ਼ 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 ਕੈਨ ਨਾਟ ਲਿਵ, ਹਨਾ। ਤਾਂ ਇੱਥੇ ਵਿਦਆਊਟ ਈਜ਼ੀਲੀ ਤੁਹਾਡਾ ਆ ਗਿਆ, ਤਾਂ ਤੁਹਾਨੂੰ ਟਾਈਮ ਵੇਸਟ ਕਰਨ ਦੀ ਜ਼ਰੂਰਤ ਨਹੀਂ ਪਈ, ਹਨਾ। ਇਸੇ ਤਰੀਕੇ ਨਾਲ ਜੇ ਤੁਸੀਂ ਕੁਝ ਪੈਰਾਗ੍ਰਾਫ ਐਗਜ਼ਾਮ ਜਾਣ ਤੋਂ ਪਹਿਲਾਂ ਪੜ੍ਹੇ ਹੋਣਗੇ ਜਾਂ ਸੋਲਵ ਕਰਕੇ ਦੇਖੇ ਹੋਣਗੇ, ਤਾਂ ਪਹਿਲੀ ਗੱਲ ਤਾਂ ਜੇ ਤੁਸੀਂ ਏਪੀ ਯੂਨੀ ਦੇ ਵਿੱਚੋਂ ਪ੍ਰੈਕਟਿਸ ਕਰ ਰਹੇ ਹੋ, ਤਾਂ ਤੁਹਾਡੀ ਰੀਡਿੰਗ ਟੋਟਲੀ ਏਪੀ ਯੂਨੀ ਦੇ ਵਿੱਚੋਂ ਹੀ ਹੁੰਦੀ ਆ, ਪ੍ਰੈਡਿਕਸ਼ਨ ਦੇ ਵਿੱਚੋਂ ਹੁੰਦੀ ਆ, ਫੁੱਲ ਦੇ ਵਿੱਚੋਂ ਹੁੰਦੀ ਆ, ਉਹਨੂੰ ਇੱਕ ਵਾਰੀ ਗੋ ਥਰੂ ਹੋ ਲਿਆ ਕਰੋ। ਤੇ ਜਿਹੜੀਆਂ ਸਾਡੀਆਂ YouTube ਦੇ ਉੱਪਰ ਵੀਡੀਓਜ਼ ਵਿੱਚ ਤੁਸੀਂ ਰੀਡਿੰਗ ਅਪਲੋਡ ਕੀਤੀ ਹੁੰਦੀ, ਉਹ ਵੀਕਲੀ ਪ੍ਰੈਡਿਕਟਡ ਹੁੰਦੀ ਆ, ਪਲੀਜ਼ ਉਹਦੇ ਵਿੱਚੋਂ ਵੀ ਐਗਜ਼ਾਮ ਦੇ ਵਿੱਚ ਕੰਟੈਂਟ ਆਉਂਦਾ ਹੈਗਾ ਆ, ਹਨਾ। 50% ਕੰਟੈਂਟ ਤੁਹਾਨੂੰ ਇਹਦੇ ਵਿੱਚੋਂ ਮਿਲ ਜਾਊਗਾ, ਹਨਾ। ਉਸ ਤੋਂ ਬਾਅਦ although a few plants and animals can make do with the salt water, and human need a constant supply of fresh water to stay dash and healthy। again easy ਹੈਗਾ ਆ, to stay fit and healthy। ਸਾਰਿਆਂ ਨੂੰ ਹੀ ਆਨਸਰ ਕਲੀਅਰ ਸੀਗਾ, ਆਨਸਰ ਇੱਕ ਸਟੂਡੈਂਟ ਦਾ ਸਹੀ ਵੀ ਹੋਇਆ ਹੋਊਗਾ। of the total supply of water on earth, only about 3% of it is fresh, most of that stored as ice, snow at the poles, or is so dash under the surface। again बहुत easy आंसर आ, so deep under the surface, under आ गया तो deep ਇਹਦੇ ਨਾਲ simply ਲੱਗ ਜਾਏਗਾ, ਹਨਾ। despite so much of the water being out to reach, we still have a million cubic miles of it that we dash use, that we can use। ਤਾਂ ਇਹ ਬਹੁਤ ਈਜ਼ੀ ਸੀ। ਐਗਜ਼ਾਮ ਦੇ ਵਿੱਚ 2 ਤੁਹਾਡੇ ਪੈਰਾਗ੍ਰਾਫ ਇਦਾਂ ਦੇ ਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਈਜ਼ੀ ਹੁੰਦੇ ਆ, ਕੁਝ ਡਿਫਿਕਲਟ ਵੀ ਹੁੰਦੇ ਆ, ਮੰਨਦੇ ਆ, ਬਟ ਮੈਕਸਿਮਮ ਪੈਰਾਗ੍ਰਾਫਸ ਇਵੇਂ ਦੇ ਹੀ ਹੁੰਦੇ ਆ। ਤਾਂ ਰੀਡਿੰਗ ਨੂੰ ਪਲੀਜ਼ ਫੋਬੀਆ ਨਾ ਬਣਾਓ, ਡਰੋ ਨਾ ਰੀਡਿੰਗ ਦੇ ਤੋਂ, ਹਨਾ। ਤੇ ਜਿਹੜੀ ਇਹ ਫੁੱਲ ਵੀਡੀਓ ਹੈਗੀ ਆ YouTube ਦੇ ਉੱਪਰ ਅਪਲੋਡ ਕੀਤੀ ਹੋਈ, ਇਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੰਦੇ ਆ। ਇਹਨੂੰ ਪਲੀਜ਼ ਸੋਲਵ ਕਰਕੇ ਦੇਖੋ, ਜੇ ਤੁਹਾਡੀ ਸੋਲਵ ਹੁੰਦੀ ਹੈ। ਜੇ ਕਿਤੇ ਵੀ ਤੁਹਾਨੂੰ ਡਾਊਟ ਹੈਗਾ, ਤੁਸੀਂ ਐਨੀ ਟਾਈਮ ਕੰਟੈਕਟ ਕਰ ਸਕਦੇ ਹੋ ਵੀਜ਼ਾ ਵੇਵਸ ਨੂੰ। ਥੈਂਕ ਯੂ।